सत श्री अकाल जी, स्वागत करते हैं साढ़े सारे दर्शकों का गूंजा सिख विरसे ਦੀਆਂ साड़ी खास पेशकश ਦੇ ਵਿੱਚ। इस खास पेशकश ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ बीते हफ्ते ਵਿੱਚ ਜਿਹੜੇ भी काम ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਆ। ਸੋ बीते हफ्ते ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯਤਨਾਂ ਸਦਕਾ ਇੱਕ ਹੋਰ ਕਿਸਾਨ ਨੂੰ ਜ਼ਮਾਨਤ ਮਿਲੀ ਆ। ਇਸ ਤੋਂ ਇਲਾਵਾ ਵੀ ਕਈ ਖਬਰਾਂ ਨੇ, ਉਹ ਵੀ ਤੁਹਾਨੂੰ ਦੱਸਾਂਗੇ ਵਿਸਥਾਰ ਦੇ ਨਾਲ। ਸੋ ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਇੱਕ ਵਾਰ ਮੁੜ ਤੋਂ ਰੰਗ ਲਿਆਈਆਂ ਨੇ। ਜੀ ਹਾਂ, ਲਾਲ ਕਿਲਾ ਹਿੰਸਾ ਵਿੱਚ ਗ੍ਰਿਫਤਾਰ ਹੋਏ ਕਿਸਾਨ ਦੀ ਜ਼ਮਾਨਤ ਹੋਈ ਹੈ। ਜੀ ਹਾਂ, ਖੇਮਪ੍ਰੀਤ ਸਿੰਘ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਹੁਣ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯਤਨਾਂ ਸਦਕਾ 270 ਕਿਸਾਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਬਿਨਾਂ ਕਿਸੇ ਫੀਸ ਤੇ ਲੱਖਾਂ ਰੁਪਏ ਤੇ ਬੌਂਡ ਭਰ ਕੇ ਕਿਸਾਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਮਾਨਤ ਦਵਾਈ ਗਈ ਹੈ। ਖੇਮਪ੍ਰੀਤ ਸਿੰਘ ਜਿਹੜਾ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਲਾਲ ਕਿਲੇ ਦੇ ਕੇਸ ਅੰਦਰ ਪਿਛਲੇ 4 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜੇਲ੍ਹ 'ਚ ਬੰਦ ਸੀ, ਉਸ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲੀਗਲ ਸੈੱਲ ਦੇ ਯਤਨਾਂ ਸਦਕੇ ਜ਼ਮਾਨਤ ਮਿਲ ਗਈ ਆ। ਹੁਣ ਪੁਰਾਣੇ ਕੇਸਾਂ 'ਚੋਂ ਕੇਵਲ ਇੱਕ ਹੀ ਮਨਿੰਦਰ ਸਿੰਘ ਮੋਹਣੀ, ਜਿਹੜਾ ਕਿ ਤੁਸੀਂ ਲਾਲ ਕਿਲੇ ਦੇਖਿਆ ਗੱਤਕਾ ਕਰ ਰਿਹਾ ਸੀਗਾ, ਉਸ ਦੀ ਜ਼ਮਾਨਤ ਬਾਕੀ ਹੈ। ਉਹ ਵੀ ਕੋਸ਼ਿਸ਼ ਕਰਕੇ ਅਗਲੇ ਹਫ਼ਤੇ ਹਰਾਲਤ 'ਚ ਹੋ ਜਾਊਗੀ। ਬਾਕੀ ਸਾਰੇ ਕਿਸਾਨ ਸੰਘਰਸ਼ ਦੌਰਾਨ ਜਿਹੜੇ ਲੋਕ ਅਰੈਸਟ ਹੋਏ ਸੀ, ਸਭ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਨੇ। ਕੇਵਲ 2 ਲੋਕ ਜਿਹੜੇ ਪੁਲਿਸ ਕਸਟਡੀ ਅੰਦਰ ਆ, ਬੂਟਾ ਸਿੰਘ ਔਰ ਉਹਦੇ ਸਾਥੀ, ਉਹਨੂੰ ਛੱਡ ਕੇ। ਮੈਂ ਵੀ ਦੱਸਣਾ ਚਾਹੁੰਦਾ ਹੈ ਕਿ ਇਸ ਦੌਰਾਨ 160 ਜ਼ਮਾਨਤਾਂ ਜਿਹੜੀਆਂ ਨੇ ਰੈਗੂਲਰ, 160 ਤੋਂ ਜ਼ਿਆਦੀਆਂ, ਔਰ 110 ਤੋਂ ਜ਼ਿਆਦਾ ਐਂਟੀਸਪੇਟਰੀ, ਮਤਲਬ 270 ਦੇ ਆਸ-ਪਾਸ ਜਿਹੜੇ ਕਿਸਾਨੀ ਸੰਘਰਸ਼ ਦੇ ਦੌਰਾਨ ਲੋਕ ਸੀਗੇ, ਉਹਨਾਂ ਦੀਆਂ ਜ਼ਮਾਨਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਕਰਾਈਆਂ ਗਈਆਂ, ਜਿਹੜਾ ਕਿ ਆਪਣੇ ਆਪ ਅੰਦਰ ਇੱਕ ਰਿਕਾਰਡ ਆ। ਔਰ ਕੋਈ ਬਿਨਾਂ ਕਿਸੇ ਫੀਸ ਤੋਂ, ਬਿਨਾਂ ਕਿਸੇ ਪੈਸਾ ਜਮ੍ਹਾਂ ਕਰਾਉਣ ਤੋਂ, ਬੇਲ ਬੌਂਡ ਵੀ ਜਿਹੜੇ ਸੀਗੇ ਉਹ ਲੱਖਾਂ ਰੁਪਏ ਦੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਹੀ ਜਮ੍ਹਾਂ ਕਰਾਏ ਗਏ। ਇਹ ਕਿਸਾਨੀ ਸੰਘਰਸ਼ ਜਿਹੜਾ ਸੀਗਾ, ਇਸ ਦੇ ਅੰਦਰ ਬਹੁਤ ਵੱਡਿਆਂ ਨੇ ਲੋਕਾਂ ਨੇ ਯੋਗਦਾਨ ਪਾਇਆ, ਔਰ ਸਾਡਾ ਇਹ ਫਰਜ਼ ਬਣਦਾ ਸੀ ਜਿਸ ਨੂੰ ਅਸੀਂ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ। ਔਰ ਮੈਂ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਸ਼ਰਨ 'ਚ ਆਇਆ, ਉਹਦੀ ਜ਼ਮਾਨਤ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਕਰਾਈ ਆ। ਕੋਈ ਵੀ ਐਸਾ ਨਹੀਂ ਜਿਹਦੀ ਜ਼ਮਾਨਤ ਰਿਜੈਕਟ ਹੋਈ ਹੋਵੇ। ਸ਼੍ਰੀਨਗਰ ਦੇ ਵਿੱਚ ਮਨਮੀਤ ਕੌਰ ਨੂੰ ਅਗਵਾ ਕੀਤਾ ਗਿਆ, ਉਸ ਦਾ ਧਰਮ ਪਰਿਵਰਤਨ ਕੀਤਾ ਗਿਆ ਤੇ ਨਾਲ ਹੀ ਉਸ ਦਾ ਵਿਵਾਹ ਵੀ ਕੀਤਾ ਗਿਆ, ਜਿਸ ਦਾ ਸਖਤ ਨੋਟਿਸ ਲਿਆ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ। ਜੀ ਹਾਂ, ਮਨਜਿੰਦਰ ਸਿੰਘ ਸਿਰਸਾ ਉਸੇ ਸਮੇਂ ਸ਼੍ਰੀਨਗਰ ਪਹੁੰਚੇ ਤੇ ਉੱਚ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਇਹ ਮਾਮਲਾ ਉਹਨਾਂ ਦੇ ਸਾਹਮਣੇ ਰੱਖਿਆ ਤੇ ਉਸ ਤੋਂ ਬਾਅਦ ਉਹ ਬੱਚੀ ਆਪਣੇ ਪਰਿਵਾਰ ਕੋਲ ਵਾਪਸ ਆ ਸਕੀ। ਮੈਂ ਅੱਜ ਸਮੁੱਚੀ ਕੌਮ ਦਾ ਧੰਨਵਾਦ ਕਰਨ ਨੂੰ ਇੱਥੇ ਖੜਾ ਹੋਇਆ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਨ ਨੂੰ ਖੜਾ ਹੋਇਆ। ਅਪਾਰ ਮਾਲਕ ਨੇ ਕਿਰਪਾ ਕੀਤੀ। ਤੁਸੀਂ ਦੇਖ ਰਹੇ ਸੀ ਪਿਛਲੇ 3 ਦਿਨ ਤੋਂ ਸਾਡੀਆਂ ਬੱਚੀਆਂ ਜੋ ਕਿ ਜੰਮੂ ਕਸ਼ਮੀਰ 'ਚ ਅਗਵਾ ਕੀਤੀਆਂ ਗਈਆਂ, ਵੀਡੀਓ ਵਾਇਰਲ ਹੋਈ। ਰਾਤ ਨੂੰ ਮੈਨੂੰ ਵੀ ਕੋਈ 10 ਵਜੇ ਦੇ ਆਸ-ਪਾਸ ਉਹ ਵੀਡੀਓ ਪਹੁੰਚਦੀ ਆ। ਅਸੀਂ ਤੁਰੰਤ ਫੈਸਲਾ ਲੈ ਕੇ ਰਾਤ ਨੂੰ ਹੀ ਟਿਕਟਾਂ ਕਰਾਉਣੀਆਂ ਸ਼ੁਰੂ ਕੀਤੀਆਂ ਔਰ ਸਵੇਰੇ ਤੜਕੇ ਦੀ ਫਲਾਈਟਾਂ ਲੈ ਕੇ ਅਸੀਂ ਸਾਰੇ ਸ਼੍ਰੀਨਗਰ ਪਹੁੰਚੇ। ਉੱਥੇ ਜਾ ਕੇ ਉੱਥੋਂ ਦੇ ਸਿੱਖਾਂ ਦੇ ਜਜ਼ਬੇ ਨੂੰ ਮੈਂ ਸਲਾਮ ਕਰਦਾ ਹਾਂ। ਸੀਸ ਨਵਾਉਣ ਦੇ ਅੱਗੇ ਮੈਂ ਹੈਰਾਨ ਸੀ ਜਦੋਂ ਗੁਰਦੁਆਰਾ ਸਾਹਿਬ ਪਹੁੰਚੇ। ਸ਼ਹੀਦ ਬੁੰਗਾ ਕਿਤਨਾ ਕਮਿਊਨਿਟੀ ਨੇ ਇਕਜੁੱਟਤਾ ਦਿਖਾਈ। ਸ਼੍ਰੀਨਗਰ ਵਰਗੀ ਜਗ੍ਹਾ ਜਿੱਥੇ ਪਤਾ ਨਹੀਂ ਕਦੋਂ ਗੋਲੀ ਔਰ ਗੋਲਾ ਚੱਲ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ, ਉੱਥੇ ਜਾ ਕੇ ਵੀ ਸ਼੍ਰੀਨਗਰ ਸ਼ਹਿਰ ਨੂੰ ਬੰਦ ਕਰਤਾ, ਰੋਕ ਦਿੱਤਾ ਮੁਜ਼ਾਹਰਾ ਕਰਦੇ ਹੋਏ। ਪ੍ਰਸ਼ਾਸਨ ਘੁਟਨਿਆਂ ਤੇ ਆ ਗਿਆ। SSP IG ਮੌਕੇ ਤੇ ਪਹੁੰਚ ਗਏ। ਥੋੜਾ ਸਮਾਂ ਦੇ ਦਿਓ। ਅਸੀਂ ਕਿਹਾ ਸਮਾਂ ਨਹੀਂ, ਥੋੜਾ ਨਹੀਂ, ਅੱਜ ਦਾ ਵੀ ਦਿੱਤਾ ਤੁਹਾਨੂੰ। ਸਾਨੂੰ ਜਵਾਬ ਲੈ ਦਿਓ ਗਵਰਨਰ ਤੋਂ, ਹਾਂ ਜਾਂ ਨਾ 'ਚ। ਤੁਰੰਤ 4 ਵਜੇ ਗਵਰਨਰ ਨੇ ਸਾਨੂੰ ਬੁਲਾਇਆ। ਸਾਰੇ ਪ੍ਰਸ਼ਾਸਨ ਨੂੰ ਕਿਹਾ ਗਿਆ ਜੋ ਮਰਜ਼ੀ ਕਰੋ, ਇਹ ਚੀਜ਼ ਜਿਹੜੀ ਹੈ ਇੱਥੇ ਨਹੀਂ ਗੁੰਡਾਗਰਦੀ ਚੱਲਣ ਦਿਆਂਗੇ। ਔਰ ਮੈਂ ਆਪਣੇ ਵੀਰਾਂ ਨੂੰ ਸਲਾਮ ਕਰਦਾ ਹਾਂ। ਮੈਂ ਅੱਜ ਗੁਰੂ ਸਾਹਿਬ ਦੀ ਹਾਜ਼ਰੀ 'ਚ ਖੜਾ ਹੋ ਕੇ 2-3 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕਿਉਂਕਿ ਜਿਹਦਾ ਦੁੱਖ ਹੋਵੇ ਨਾ, ਕੇਵਲ ਉਹੀ ਉਸ ਨੂੰ ਦੱਸ ਸਕਦਾ ਹੈ। ਮੈਂ ਵੀ ਇੱਥੇ ਬਹਿ ਕੇ ਉਸ ਦੁੱਖ ਨੂੰ ਸਮਝ ਵੀ ਨਹੀਂ ਸਕਦਾ ਸੀ, ਉਸ ਪੀੜਾ ਨੂੰ ਮਹਿਸੂਸ ਵੀ ਨਹੀਂ ਕਰ ਸਕਦਾ ਸੀ ਜਦੋਂ ਮੈਂ ਉੱਥੇ ਗਿਆ, ਜਦੋਂ ਉਹਨਾਂ ਲੋਕਾਂ ਦਾ ਦਰਦ ਸਮਝਿਆ। ਇੱਥੋਂ ਤੱਕ ਕਹਿਣ ਨੂੰ ਮਜਬੂਰ ਸੀ ਜਾਂ ਤੇ ਬੇਟੀਆਂ ਵਾਪਸ ਕਰਾਓ, ਨਹੀਂ ਤੇ ਸ਼੍ਰੀਨਗਰ ਛੱਡ ਕੇ ਜਾਵਾਂਗੇ। ਇਹ ਕੰਮ ਨਹੀਂ ਬਰਦਾਸ਼ਤ ਕਰਾਂਗੇ। ਧੀਆਂ ਪਿੰਡ ਦੀ ਇੱਜ਼ਤ ਨੂੰ ਨਹੀਂ ਰੋਲਣ ਦੇਵਾਂਗੇ। ਖਾਲਸਾ ਜੀ, ਉਹਨਾਂ ਦਾ ਜਦੋਂ ਦਰਦ ਸਮਝਿਆ, ਬੇਟੀ ਮਨਮੀਤ ਕੌਰ ਅੱਜ ਵਾਪਸ ਆਈ। ਕੱਲ ਸਵੇਰੇ
ਅਸੀਂ ਗੁਰਦੁਆਰਾ ਸਾਹਿਬ ਟਾਈਮ ਰੱਖਿਆ ਸੀ ਪਰਸੋਂ, ਕਿਉਂਕਿ ਸਾਰਾ ਮੁਜ਼ਾਹਰਾ ਕਰਨ ਤੋਂ ਬਾਅਦ ਇਹ ਤੈਅ ਕੀਤਾ ਸੀ ਕਿ ਕੱਲ ਗੁਰੂ ਘਰ 'ਚ ਬੈਠ ਕੇ ਦੁਬਾਰਾ ਅਗਲੀ ਰਣਨੀਤੀ ਤੈਅ ਕਰਾਂਗੇ। ਉਸ ਵੇਲੇ ਤੱਕ ਗਵਰਨਰ ਔਰ ਸਭ ਨਾਲ ਗੱਲਬਾਤ ਹੋ ਗਈ ਸੀ। ਜਦੋਂ ਕੱਲ ਮੈਂ ਉੱਥੇ ਸਵੇਰੇ ਗੁਰਦੁਆਰਾ ਸਾਹਿਬ ਬੈਠੇ ਤੇ ਉੱਥੇ ਇਹ ਫੈਸਲਾ ਕੀਤਾ ਗਿਆ ਕਿ ਮਨਮੀਤ ਕੌਰ ਦਾ ਵਿਆਹ, ਉਹਦੇ ਆਨੰਦ ਕਾਰਜ ਰਚਾਏ ਜਾਣ। ਤੁਸੀਂ ਹੈਰਾਨ ਹੋਗੇ ਅਕਾਲ ਪੁਰਖ ਦੀ ਕਿੰਨੀ ਕਿਰਪਾ ਹੋ ਸਕਦੀ ਹੈ। ਉੱਥੇ ਬੈਠਿਆਂ ਹੀ ਕਿੰਨੇ ਲੋਕ ਬੈਠੇ ਆ? 10 ਲੋਕ 11 ਲੋਕ ਉੱਤੇ ਕਮਰੇ 'ਚ ਵੱਖਰੀ ਮੀਟਿੰਗ ਕਰਦੇ ਪਏ ਆ। ਉਹਨਾਂ 'ਚੋਂ ਹੀ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਐਸਾ ਗੁਰਸਿੱਖ ਸਵੇਰੇ ਸ਼ਾਮ ਗੁਰੂ ਦੇ ਚਰਨਾਂ 'ਚ ਸੇਵਾ ਕਰਨ ਵਾਲਾ ਨਿਤਨੇਮੀ ਅੰਮ੍ਰਿਤਧਾਰੀ ਸਿੱਖ ਖੜਾ ਹੋ ਕੇ ਕਹਿੰਦਾ ਇਹ ਸਿੱਖੀ ਦੀ ਗੱਲ ਹੈ ਖਾਲਸਾ ਜੀ, ਜੋ ਮੇਰੀ ਸੇਵਾ ਲਓਗੇ ਮੈਂ ਹਾਜ਼ਰ ਹਾਂ। ਉੱਥੇ ਜਕਾਰਾ ਚਲਾਇਆ ਤੇ ਸੁਪ੍ਰੀਤ ਸਿੰਘ ਨੂੰ ਉਹਦੇ ਮਾਂ-ਬਾਪ ਨਾਲ ਗੱਲ ਕਰਾਈ ਕੱਲ ਸਵੇਰੇ। ਉਹਨਾਂ ਨੇ ਵੀ ਕਿਹਾ, ਬੇਟਾ ਜਾਣਦਾ ਸੀ, ਬੇਟੀ ਇੱਕ ਦੂਜੇ ਨਾਲ ਬਹੁਤ ਸਾਲਾਂ ਤੋਂ, ਬਹੁਤ ਦੇਰ ਤੋਂ ਇੱਕ ਦੂਜੇ ਨੂੰ ਜਾਣਦੇ ਸੀ, ਉਸ ਪਰਿਵਾਰ ਨੂੰ ਜਾਣਦੇ ਸੀ ਸਾਰੇ। ਅਸੀਂ ਉਹਨਾਂ ਨੂੰ ਵਿਸ਼ਵਾਸਨ ਦਿੱਤਾ ਤੁਹਾਡੇ ਦਿੱਲੀ ਦੀ ਦੌਰ ਦੁਨੀਆ ਦੀ ਸੰਗਤ ਦੇ ਸਦਕੇ ਕਿ ਇਸ ਬੇਟੀ ਨੂੰ ਔਰ ਬੇਟੇ ਨੂੰ ਮਹਿਫੂਜ਼ ਰੱਖਾਂਗੇ, ਕਿਉਂਕਿ ਉਹਦੇ ਪਿਤਾ ਜੀ ਔਰ ਉਹਦੇ ਚਾਚਾ ਜੀ ਖਾਸ ਤੌਰ ਤੇ ਬਹੁਤ ਦਹਿਸ਼ਤ ਅੰਦਰ ਸੀ। ਇੱਕ ਅਲਫਾਜ਼ ਤੇ ਮੈਨੂੰ ਗੁੱਸੇ 'ਚ ਇਹ ਵੀ ਇੱਕ ਵਾਰ ਕਹਿਣਾ ਪੈ ਗਿਆ, ਕਹਿੰਦੇ ਜੀ ਸਾਡਾ ਕੀ ਹੋਊਗਾ ਕਿਤੇ ਸਾਡੇ ਤੇ ਕੋਈ ਜਾਨਲੇਵਾ ਹਮਲਾ ਨਾ ਕਰ ਦੇਣ, ਸਾਡਾ ਜਾਨੀ ਨੁਕਸਾਨ ਨਾ ਕਰ ਦੇਣ। ਮੈਂ ਕਿਹਾ ਕੌਮ ਮਰ ਗਈ ਆ, ਅਸੀਂ ਹੱਥਾਂ ਚੂੜੀਆਂ ਪਾਈਆਂ ਨੇ, ਤੁਸੀਂ ਐਸੀ ਗੱਲ ਕਰ ਰਹੇ, ਤੁਸੀਂ ਐਸੀ ਗੱਲ ਕੀਤੀ ਕਿਵੇਂ? ਤੁਹਾਡਾ ਕੀ ਹੋਊਗਾ? ਕਮਾਲ ਹੋਗੀ। ਅਸੀਂ ਸ੍ਰੀਨਗਰ ਤੋਂ ਚੱਲ ਕੇ ਇੱਥੇ ਪਹੁੰਚੇ ਹਾਂ। ਕਿਆ ਕੋਈ ਇਸ ਦੇਸ਼ ਅੰਦਰ ਕੋਈ ਗੁੰਡਾਗਰਦੀ ਆ? ਕੋਈ ਕਾਨੂੰਨ ਨਹੀਂ ਹੈਗਾ ਕਿ ਤੁਹਾਡਾ ਕੋਈ ਕੁਝ ਵਿਗਾੜ ਦੇਗਾ। ਅਸੀਂ ਤੁਹਾਡੇ ਨਾਲ ਡਟ ਕੇ ਖੜੇ ਹਾਂ। ਔਰ ਸੁਪ੍ਰੀਤ ਸਿੰਘ ਨੂੰ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਯੋਗ ਨੌਕਰੀ ਦਿੱਤੀ। ਉਸ ਬੇਟੀ ਨੂੰ ਵੀ, ਮਨਮੀਤ ਕੌਰ ਨੂੰ ਵੀ ਯੋਗ ਨੌਕਰੀ ਦਿੱਤੀ। ਰਹਿਣ ਵਾਸਤੇ ਉਹਨਾਂ ਦੇ ਘਰ ਦਾ ਪ੍ਰਬੰਧ ਇੱਥੇ ਕੀਤਾ ਤਾਂ ਕਿ ਸਾਡੀ ਧੀਆਂ ਵੱਲ ਨੂੰ ਕੋਈ ਦੇਖ ਨਾ ਸਕੇ। ਮਨਮੀਤ ਕੌਰ ਇੱਕ ਬੇਟੇ ਰਜਿੰਦਰ ਸਿੰਘ, ਉਹਨਾਂ ਦੇ ਪਿਤਾ ਜੀ ਦਾ ਨਾਮ ਹੋ ਸਕਦਾ ਮੈਂ ਗਲਤ ਬੋਲ ਗਿਆ ਹੋਵਾਂ, ਉਹਦੀ ਬੇਟੀ ਨਹੀਂ। ਇਹ ਕੌਮੀ ਮਸਲਾ ਹੈ ਸਾਡਾ। ਜੇਕਰ ਅਸੀਂ ਆਪਣੇ ਕੌਮੀ ਮਸਲੇ ਨੂੰ ਕੌਮੀ ਤਰੀਕੇ ਨਾਲ ਨਹੀਂ ਹੱਲ ਕਰਾਂਗੇ, ਕਈ ਵਾਰ ਅਸੀਂ ਆਪਣਾ ਨਿੱਜੀ ਭਾਈਚਾਰਾ ਪਾਲਣ ਦੇ ਵਾਸਤੇ ਉਹਨਾਂ ਲੋਕਾਂ ਦੀ ਗੱਲ ਨੂੰ ਦਰਕਿਨਾਰ ਕਰ ਦਿੰਦੇ ਹਾਂ। ਨਹੀਂ, ਇਹ ਨਹੀਂ ਕਰਨਾ ਚਾਹੀਦਾ। ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ। ਮੈਨੂੰ ਯਾਦ ਹੈ 2014 ਦੇ ਅੰਦਰ ਜਦੋਂ ਸਾਊਥ ਅੰਦਰ ਹੈਦਰਾਬਾਦ ਅੰਦਰ ਸਾਡੇ ਸਿੱਖਾਂ ਦੇ ਔਰ ਉੱਥੋਂ ਦੀ ਕਮਿਊਨਿਟੀ ਨਾਲ ਝੜਪ ਹੋ ਗਈ, ਕਾਫੀ ਵੱਡਾ ਦੰਗੇ ਕਿਸਮ ਹੋ ਗਏ। ਅਸੀਂ ਸਵੇਰੇ ਸਵੇਰੇ ਜਦੋਂ ਰਾਤ ਪਤਾ ਲੱਗਾ, ਸਵੇਰੇ ਪਹਿਲੀ ਫਲਾਈਟ ਤੇ ਹੈਦਰਾਬਾਦ ਪਹੁੰਚੇ। ਉਹਨਾਂ ਮੁੰਡਿਆਂ ਦੀ ਮੈਂ ਤੁਹਾਨੂੰ ਅੱਜ ਗੱਲ ਦੱਸਣ ਲੱਗਾ, ਨੌਜਵਾਨ ਦੱਖਣੀ ਮੁੰਡੇ ਸੀਗੇ। ਏਅਰਪੋਰਟ ਤੋਂ ਜਦੋਂ ਬਾਹਰ ਨਿਕਲੇ ਮੈਂ ਕਿਹਾ ਯਾਰ ਸਾਰਾ ਕਰਫਿਊ ਲੱਗਾ ਹੈ, ਤੁਸੀਂ ਕਿੰਨੇ ਕੁ ਲੋਕ ਰਹਿੰਦੇ ਜੀ ਇੱਥੇ ਹੈਦਰਾਬਾਦ 'ਚ ਜਿੱਥੇ ਕਲੋਨੀ? ਕਹਿੰਦੇ ਸਾਡੇ 800 ਘਰ ਆ, ਤਕਰੀਬਨ 24-2500 ਲੋਕ ਅਸੀਂ ਇੱਥੇ ਰਹਿੰਦੇ ਹਾਂ, ਔਰ ਦੂਜੇ ਪਾਸੇ 12-13 ਲੱਖ ਲੋਕ। ਤੇ ਮੈਂ ਇਹਨੂੰ ਕਿਹਾ ਯਾਰ ਤੁਸੀਂ ਐਂ ਹੀ ਤੁਰੇ ਫਿਰਦੇ ਜੇ, ਏਡੇ ਹਾਲਾਤ ਵਿਗੜੇ ਪਏ ਨੇ। तो जिवें हिंदी च अपनी दक्षिणी भाषा च बोलते हैं, कहते ना ना कोई बात नहीं है, हम कोई परवाह नहीं करते, ऐसा नहीं हमें कोई हाथ डाल सकता। जेड़ी गल उन्हें कही मैं वो दसन लगा है, कहता ऐसा है। मैं क्या तुहाडा भाई? कहता भाईचारा दोस्ती बराबर के लोगों से होती है। आज अगर हम सिर झुका के चलेंगे, हमसे कोई दोस्ती और भाईचारा भी निभाना नहीं चाहेगा। दोस्ती और भाईचारा निभाने के लिए दोनों का सिर अगर उठा हुआ है तो दोनों भाईचारा निभा सकते हैं, दोनों का सिर झुका हुआ है तो भी भाईचारा निभा सकते हैं। लेकिन एक का सिर झुका है और एक का सिर ऊपर है, ऐसा भाईचारा निभाया नहीं जाता। मैं उस दी गल अज भी मेरे दिमाग च खड़क दी आ। उस छोटे जो नौजवान बच्चे ने जिहड़ी गल कही बिल्कुल ठीक आ। असीं भाईचारा रखना है, असीं एक जगह ते रहिंदे, एक जुड़े ते गल मिलना है, पर गल ये आ असीं हथ मिलाइए अगला उंगल अगे करे, इहो जी हथ नहीं मिलाया जा सकता। मैं उत्थों दे मीरवाज साहब ने भी मैनूं कल फोन ते गल कीती, मैं उन्हां दा बहुत अदब सत्कार करदा हां। उन्होंने मैनूं अश्योर कीता जिहड़ी बेटी आ वो असीं वापस करांगे। मैं उन्होंने समझा रहा गलत किया उन्होंने, और बकायदा वो ब्रदर ने वो भरा ने पहले ही ये गल कही सी। और मैं लंबी गुरु साहब की हर चीज़ लंबी गल नहीं करनी, पर मैं ये कहना कि वो भरा की कृष्ण सिंह की सारी वीडियो मैं अपने फेसबुक पर इंटरव्यू करके पाई भी कितना कितना बेटी ने सब कुछ होया। मनमीत कौर वापस आई है, और मैं अपनी सारी कम्यूनिटी नूं, अपनी सारी कौम नूं ये विश्वास दिवाना है इस लड़ाई नूं लड़ांगे। और जिहड़ी दूजी साडी बेटी आ
ਉਸ ਨੂੰ ਵੀ ਇਸੇ ਤਰ੍ਹਾਂ ਮਹਿਫੂਜ਼ ਆਪਣੇ ਘਰ ਲੈ ਕੇ ਆਵਾਂਗੇ। ਅਗਰ ਇਹ ਚੱਲਣ ਸ਼ੁਰੂ ਹੋ ਗਿਆ ਸ਼ਾਇਦ ਫਿਰ ਇਹਨੂੰ ਰੋਕਣਾ ਬੜਾ ਔਖਾ ਹੋ ਜਾਊਗਾ। ਬੱਚੀਆਂ ਸਾਡੀਆਂ ਨੇ, ਸਾਡਾ ਫਰਜ਼ ਬਣਦਾ ਹੈ ਅਸੀਂ ਆਪਣੀ ਜਾਨ ਤੇ ਵੀ ਖੇਡ ਸਕਦੇ ਹਾਂ। ਅਸੀਂ ਲੋਕਾਂ ਦੇ ਪਰਾਏ ਸੜਕ ਚੱਲਦੇ ਰਾਹ ਚੱਲਦੇ ਲੋਕਾਂ ਦੇ ਪਿੱਛੇ ਆਪਣੀ ਜਾਨ ਤੇ ਖੇਡ ਜਾਂਦੇ ਹਾਂ। ਕੋਵਿਡ ਅੰਦਰ ਤੁਸੀਂ ਦੇਖਿਆ ਕਿ ਤਰ੍ਹਾਂ ਸਿੱਖ ਆਪਣੀ ਜਾਨਾਂ ਤੇ ਖੇਡਦੇ ਪਏ ਸੀਗੇ। 7 ਪਰਾਏ ਲੋਕ ਜਿਨ੍ਹਾਂ ਨੂੰ ਜਾਣਦੇ ਨਹੀਂ ਸੀਗੇ ਉਹਨਾਂ ਦੇ ਘਰਾਂ 'ਚ ਲੰਗਰ ਪਹੁੰਚਾ ਰਹੇ ਸੀ ਇਸ ਬਿਮਾਰੀ ਦੇ ਦੌਰਾਨ, ਔਰ ਉਸ ਵੇਲੇ ਕੋਈ ਬਿਮਾਰੀ ਨਾਲ ਮਰ ਵੀ ਸਕਦਾ ਸੀਗਾ। ਆਪਣਿਆਂ ਨੂੰ ਲੋਕ ਨਹੀਂ ਹੱਥ ਲਾ ਰਹੇ ਸੀ ਤੇ ਲੋਕਾਂ ਦੇ ਪਿੱਛੇ ਜਾਨ ਦੇ ਦੇਣ ਵਾਲੇ ਲੋਕ ਜਿਹੜੇ ਨੇ, ਅਗਰ ਆਪਣੀ ਧੀ ਭੈਣ ਦੀ ਗੱਲ ਆਏਗੀ ਤੇ ਅਸੀਂ ਪਿੱਛੇ ਨਹੀਂ ਹਟਾਂਗੇ। ਮੈਂ ਗੁਰੂ ਸਾਹਿਬ ਦਾ ਕੋਟਾਨਕੋਟ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅਪਾਰ ਕਿਰਪਾ ਸਾਡੇ ਤੇ ਕੀਤੀ। ਇਸ ਆਸ਼ੀਰਵਾਦ ਦੇ ਚੱਲਦੇ, ਆਪ ਜੀ ਦੀ ਦਿੱਤੀ ਹੋਈ ਇਸ ਤਾਕਤ ਦੇ ਚੱਲਦੇ ਸਾਰੀਆਂ ਦੇਸ਼ ਦੀਆਂ ਸਰਕਾਰਾਂ ਹਿੱਲੀਆਂ ਔਰ ਚੰਦ ਮਿੰਟਾਂ ਦੇ ਅੰਦਰ ਅੰਦਰ ਸਾਰੇ ਨੈਸ਼ਨਲ ਚੈਨਲਾਂ ਤੇ ਖਬਰ ਚੱਲ ਰਹੀ ਸੀ। ਦੁਨੀਆ ਨੂੰ ਪਤਾ ਲੱਗ ਗਿਆ ਅਗਰ ਅੱਜ ਇੱਕ ਸਿੱਖ ਕੁੜੀ ਨੂੰ ਕਿਸੇ ਨੇ ਹੱਥ ਪਾਇਆ ਹੈ ਤੇ ਦੇਸ਼ ਦੇ ਨਹੀਂ ਦੁਨੀਆ 'ਚ ਕੀ ਹਾਲਾਤ ਬਣਾ ਦਿੱਤੇ ਗਏ ਚੰਦ ਮਿੰਟਾਂ ਦੇ ਅੰਦਰ ਅੰਦਰ। ਅੱਜ ਸਾਰੀ ਦੁਨੀਆ ਦੇਖਣ ਨੂੰ ਮਜਬੂਰ ਹੋ ਗਈ। ਦੇਸ਼ ਦੇ ਲੋਕ ਦੇਖਦੇ ਪਏ ਨੇ। ਭਾਈ ਕੁਝ ਕਰ ਲਿਓ ਜੇ, ਪਰ ਆਹ ਦਸਤਾਰ ਜਿਨ੍ਹਾਂ ਦੇ ਸਿਰ ਤੇ ਬੈਠੇ ਨੇ ਧੀ ਵੱਲ ਅੱਖ ਚੱਕ ਕੇ ਨਾ ਦੇਖ ਲਿਓ ਜੇ। ਪੂਰੀ ਕਾਇਨਾਤ ਨੂੰ ਹਿਲਾ ਦਿੰਦੇ ਨੇ ਚੰਦ ਮਿੰਟਾਂ ਦੇ ਅੰਦਰ ਅੰਦਰ। ਇਹ ਦੁਨੀਆ 'ਚ ਸੰਦੇਸ਼ ਗਿਆ ਔਰ ਆਪ ਦੇ ਸਦਕੇ ਸੰਦੇਸ਼ ਗਿਆ। ਸੋ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਸਾਹਿਬ ਦਾ ਕੋਟਾਨਕੋਟ ਸ਼ੁਕਰਾਨਾ ਕਰਦਾ ਜਿਸ ਮਾਲਕ ਨੇ ਆਪਾਂ ਨੂੰ ਇਹ ਬਲ ਬਖਸ਼ਿਆ ਔਰ ਇਹ ਤਾਕਤ ਬਖਸ਼ੀ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਨਾਲ ਹੀ ਉਹਨਾਂ ਦੇ ਇਤਿਹਾਸ ਤੇ ਵੀ ਚਾਨਣਾ ਪਾਇਆ। ਮਹਾਰਾਜਾ ਰਣਜੀਤ ਸਿੰਘ ਦੇ ਉਸ ਸਥਾਨ ਦੇ ਉੱਤੇ ਆ ਕੇ ਜਿੱਥੇ ਯਾਦਗਾਰ ਬਣੀ ਹੈ ਉੱਥੇ ਸ਼ਰਧਾਂਜਲੀ ਭੇਂਟ ਕੀਤੀ ਔਰ ਐਸੇ ਰਾਜੇ ਨੂੰ, ਐਸੇ ਮਹਾਰਾਜੇ ਨੂੰ ਜਿਹਨੂੰ ਅੱਜ ਤਕਰੀਬਨ ਪੌਣੇ 200 ਸਾਲ ਤੋਂ ਉੱਤੇ ਹੋ ਗਏ ਔਰ ਦੁਨੀਆ ਅੱਜ ਵੀ ਯਾਦ ਕਰਦੀ ਹੈ ਕਿਉਂਕਿ ਉਹਨਾਂ ਦਾ ਐਸਾ ਰਾਜ ਜਿਹੜਾ ਸਤਲੁਜ ਤੋਂ ਲੈ ਕੇ ਕਾਬੁਲ ਕੰਧਾਰ ਤੱਕ ਦਾ ਰਾਜ ਰਿਹਾ ਔਰ ਜਿਹਨੂੰ ਦੁਨੀਆ ਯਾਦ ਕਰਦੀ ਹੈ। ਜਿਹੜਾ ਬੰਦਾ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੇ ਸਾਹਮਣੇ ਆਇਆ ਕਦੀ ਉਹਨੂੰ ਖਾਲੀ ਹੱਥ ਨਹੀਂ ਜਾਣ ਦਿੱਤਾ ਗਿਆ। ਉਹਨਾਂ ਦੀ ਵਿਵਸਾਏ ਦਾ, ਉਹਦੇ ਜੀਵਨ ਦਾ ਬਾਰੇ ਧਿਆਨ ਰੱਖਣਾ ਇੱਕ ਰਾਜੇ ਦਾ ਫਰਜ਼ ਸੀ। ਔਰ ਅੱਜ ਦੇ ਰਾਜ ਦੇ ਨਾਲ ਅਸੀਂ ਕੰਪੇਅਰ ਕਰੀਏ ਅੱਜ ਦੁਨੀਆ ਉਹਨਾਂ ਨੂੰ ਕਿਉਂ ਯਾਦ ਕਰਦੀ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਜਿਸ ਰਾਜ ਦੇ ਵਿੱਚ ਕਦੀ ਕੋਈ ਬੰਦਾ ਭੁੱਖਾ ਨਹੀਂ ਮਰਦਾ ਸੀ, ਜਿਹਨੂੰ ਲੋੜ ਪੈਂਦੀ ਸੀ ਉਹ ਮਹਾਰਾਜੇ ਕੋਲ ਜਾਂਦਾ ਸੀ ਔਰ ਉਹਦੇ ਵਿਵਸਾਏ ਤੱਕ ਦਾ ਇੰਤਜ਼ਾਮ ਮਹਾਰਾਜਾ ਸਾਹਿਬ ਆਪ ਕਰਦੇ ਸੀ। ਮਗਰ ਅੱਜ ਲੋਕਾਂ ਨੂੰ ਘਰੋਂ ਉਜਾੜ ਕੇ ਤੁਸੀਂ ਦੇਖ ਸਕਦੇ ਹੋ ਤਕਰੀਬਨ ਅੱਜ 8 ਮਹੀਨੇ ਤੋਂ ਜਿਸ ਤਰੀਕੇ ਦੇ ਨਾਲ ਕਿਸਾਨ ਭਰਾ ਬੈਠੇ ਆ, ਵਾਕਈ ਉਸ ਰਾਜ ਨੂੰ ਤਰਸ ਰਹੇ ਹੈ ਕਿ ਉਹਨਾਂ ਦੀਆਂ ਮੰਗਾਂ ਜਿੱਥੇ ਪੂਰੀਆਂ ਨਹੀਂ ਹੋ ਰਹੀਆਂ। ਅੱਜ ਤੁਸੀਂ ਜਿਸ ਤਰੀਕੇ ਦਾ ਗੁਨਾਹ ਦੇਖ ਰਹੇ ਹੋ ਜਿਹੜਾ ਕਸ਼ਮੀਰ ਦੇ ਵਿੱਚ ਹੋ ਰਿਹਾ, ਕੋਈ ਜ਼ਰੂਰਤ ਨਹੀਂ ਕਰ ਸਕਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਕਿ ਕੋਈ ਕਿਸੇ ਦੀ ਧੀ ਭੈਣ ਨੂੰ ਛੇੜਨ ਦੀ। ਔਰ ਐਸੇ ਰਾਜ ਨੂੰ ਸਥਾਪਿਤ ਕਰਕੇ ਦੁਨੀਆ ਦੇ ਵਿੱਚ ਉਹਨਾਂ ਨੇ ਜਿੱਥੇ ਡੰਗਾ ਵਜਾਇਆ, ਹਰੀ ਸਿੰਘ ਨਲਵੇ ਵਰਗੇ ਉਹਨਾਂ ਨੇ ਜਰਨੈਲ ਆਪਣੀ ਫੌਜ ਦੇ ਵਿੱਚ ਆਪਣੇ ਸਿਪਾਹ ਸਲਾਰ ਆਪਣੇ ਅੰਗ ਰਕਸ਼ਕ ਰੱਖੇ। ਸੋ ਜਿਨ੍ਹਾਂ ਨੇ ਇੱਕ ਮਿਸਾਲ ਦਿੱਤੀ ਹੈ ਦੁਨੀਆ ਦੇ ਵਿੱਚ ਔਰ ਹਰ ਧਰਮਾਂ ਨੂੰ ਇੱਕੋ ਜਿਹਾ ਮੰਨਿਆ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਈਸਾਈ ਹੋਵੇ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖ ਜਿੱਥੇ ਆਪਣੇ ਰਾਜ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ, ਉਸ ਤਰੀਕੇ ਦੇ ਨਾਲ ਉਹਨਾਂ ਨੇ ਗੁਰੂ ਧਾਮਾਂ ਦੀਆਂ ਸੇਵਾ ਜਿਹੜੀਆਂ ਕੀਤੀਆਂ ਉਹ ਜ਼ਿੰਦਗੀ ਦੇ ਵਿੱਚ ਕਦੇ ਭੁਲਾਇਆ ਨਹੀਂ ਜਾ ਸਕਦੀ। ਨਈ ਜਨਰੇਸ਼ਨ ਜਿਹੜੀ ਸਾਡੀ ਹੈ ਨਾ, ਉਹ ਜਿਸ ਤਰੀਕੇ ਦੇ ਨਾਲ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ ਔਰ ਇਹ ਸਾਡੀ ਆਪਣੀ ਕਮੀ ਰਹੀ ਹੈ ਕਿ ਅਸੀਂ ਆਪਣੇ ਇਤਿਹਾਸ ਬਾਰੇ ਐਸਾ ਗੌਰਵਮਈ ਇਤਿਹਾਸ ਜਿਹੜਾ ਸਿੱਖਾਂ ਦਾ ਰਿਹਾ, ਭਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ, ਭਾਵੇਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ, ਉਸ ਰਾਜ ਨੂੰ ਅਸੀਂ ਆਪਣੀ ਪਨੀਰੀ ਤੱਕ ਜਿਹੜਾ ਨਹੀਂ ਦੱਸ ਸਕੇ। ਉਹਦੇ ਕਰਕੇ ਅੱਜ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ। ਮੈਂ ਆਉਣ ਵਾਲੇ ਪਨੀਰੀ ਨੂੰ ਇਸ ਗੱਲ ਦਾ ਸੁਨੇਹਾ ਦਿਆਂਗਾ ਕਿ ਆਪਣੇ ਬੱਚਿਆਂ ਨੂੰ ਕਿ ਬਈ ਇਸ ਇਤਿਹਾਸ ਨੂੰ ਜ਼ਰੂਰ ਪੜ੍ਹੋ ਤਾਂ ਕਿ ਤੁਹਾਡੇ ਵਿੱਚ ਦੋਨੋਂ ਚੀਜ਼ਾਂ ਆਉਣ, ਜਿੱਥੇ ਤੁਸੀਂ ਰਾਜ ਵੀ ਕਰ ਸਕੋ ਉੱਥੇ ਧਰਮ ਦੀ ਪਾਲਣਾ ਵੀ ਕਰ ਸਕੋ, ਧਰਮ ਦੇ ਉੱਤੇ ਚੱਲ ਵੀ ਸਕੋ। ਸੋ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਤੋਂ ਸਾਨੂੰ ਬਹੁਤ ਵੱਡੀ ਸੇਧ ਲੈਣੀ ਚਾਹੀਦੀ ਹੈ ਔਰ ਅੱਜ ਉਹਨਾਂ ਦੀ ਇਸ ਸਥਾਨ ਦੇ ਉੱਤੇ ਆ ਕੇ ਜਿੱਥੇ ਸਾਰੇ ਮੈਂਬਰ ਸਾਹਿਬਾਨ ਸਾਡੇ ਇੱਥੇ ਪਹੁੰਚੇ ਹਨ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਹਰ ਸਾਲ ਅਸੀਂ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਐਸੇ ਜਰਨੈਲ, ਐਸੇ ਰਾਜੇ ਨੂੰ ਨਤਮਸਤਕ ਹੋਣ ਤੇ ਆਉਂਦੇ ਹਾਂ। ਸਿੱਖ ਕੌਮ ਦੇ ਮਹਾਨ ਨਾਇਕ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਆ। ਇੱਕ ਐਸਾ ਮਹਾਰਾਜਾ, ਇੱਕ ਐਸਾ ਨਾਇਕ, ਇੱਕ ਐਸਾ ਸ਼ਾਸਕ ਜਿਸ ਨੇ ਇਸ ਦੇਸ਼ ਨੂੰ ਸੈਕੂਲਰਿਜ਼ਮ ਦਾ ਸਹੀ ਪਾਠ ਪੜਾਇਆ।
ਜੇਕਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਧਰਮ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਕੋਈ ਵਸਤੂ ਅਰਪਿਤ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਤਨਾ ਹੀ ਬਾਕੀ ਧਰਮਾਂ ਵਾਸਤੇ, ਚਾਹੇ ਉਹ ਇਸਲਾਮ ਹੋਵੇ ਚਾਹੇ ਉਹ ਹਿੰਦੂ ਧਰਮ ਹੋਵੇ, ਉਹਨਾਂ ਦੇ ਮਸਜਿਦ ਅੰਦਰ ਮੰਦਿਰ ਅੰਦਰ ਉਨੀ ਹੀ ਭਾਵਨਾ ਉੱਥੇ ਵੀ ਰੱਖੀ। ਬਹੁਤ ਸਾਰੀ ਦੁਨੀਆ ਦੇ ਲੋਕ ਇਹ ਨਹੀਂ ਜਾਣਦੇ, ਬਹੁਤ ਸਾਰੇ ਕਿ ਅਸੀਂ ਆਪ ਹੀ ਸ਼ਾਇਦ ਇਹ ਗੱਲ ਨੂੰ ਨਹੀਂ ਜਾਣਦੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਦੇ ਦੌਰਾਨ ਦੁਨੀਆ ਦੇ ਅੰਦਰ ਜਦੋਂ ਹੁਣ ਤੱਕ ਆਪਾਂ ਦੇਖ ਰਹੇ ਹਾਂ ਉਹਨਾਂ ਦੇ ਸ਼ਾਸਨ ਤੋਂ ਬਾਅਦ ਹੁਣ ਤੱਕ ਇਸ ਮੁਲਕ ਦੀ ਸਭ ਤੋਂ ਜ਼ਿਆਦਾ ਜਿਹੜੀ ਲਿਟਰੇਸੀ ਸੀ, ਪੜ੍ਹੇ ਲਿਖੇ ਲੋਕ ਸੀਗੇ, ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਉਹਨਾਂ ਦੇ ਸਮੇਂ ਤੇ ਸੀਗੇ। ਬਹੁਤ ਲੋਕ ਸੁਣ ਕੇ ਚਕਿਤ ਹੋਣਗੇ, ਹੈਰਾਨ ਹੋਣਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਭ ਤੋਂ ਜ਼ਿਆਦਾ ਦੁਨੀਆ 'ਚ ਲੋਕ ਪੜ੍ਹੇ, ਦੇਸ਼ 'ਚ ਲੋਕ ਪੜ੍ਹੇ ਲਿਖੇ ਸੀ। ਬਿਲਕੁਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਤੈਅ ਕੀਤਾ ਸੀ ਕਿ ਪਿੰਡ ਦਾ ਜਿਹੜਾ ਪਟਵਾਰੀ ਲੱਗੂ ਉਹ ਇੱਕ ਕਾਇਦਾ ਬਣਾਊਗਾ ਜਿਹਦੇ 'ਚ ਲੋਕਾਂ ਨੂੰ ਬੇਸਿਕ ਪੜ੍ਹਾਈ, ਚਾਹੇ ਉੜੈੜ ਦੇ ਰੂਪ 'ਚ ਹੋਵੇ ਚਾਹੇ ਕਿਸੇ ਜਿਹੜੀ ਉਹਦੀ ਹੋਰ ਭਾਸ਼ਾ ਉਹਦੇ ਰੂਪ 'ਚ ਹੋਵੇ, ਔਰ ਨਾਲ ਗਿਣਤੀ ਉਸਨੂੰ 10 ਕਾਇਦਿਆਂ ਦੀ ਕਾਪੀ ਕਰਕੇ ਦਊਗਾ ਔਰ ਉਹ ਅੱਗੇ ਪੜ੍ਹ ਕੇ 10 ਕਾਪੀ ਉਹਦੀ ਬਣਾ ਕੇ ਤੇ ਬਾਕੀ ਪਿੰਡ 'ਚ ਦਊਗਾ। ਉਹਨਾਂ ਨੇ ਯਕੀਨੀ ਬਣਾਇਆ ਸੀ ਕੋਈ ਆਦਮੀ ਘੱਟ ਪੜ੍ਹੇ ਹੋਣ, ਨਾ ਪੜ੍ਹੇ ਹੋਣ ਕਰਕੇ, ਅਨਪੜ੍ਹਤਾ ਦੇ ਕਾਰਨ ਉਹਦੇ ਨਾਲ ਜਾਤੀ ਲੈਣ ਦੇਣ 'ਚ ਨਾ ਹੋਵੇ। ਐਸਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ। ਸ਼ਾਇਦ ਪਹਿਲਾ ਔਰ ਆਖਰੀ ਰਾਜ ਸੀ, ਪਹਿਲਾ ਤੇ ਆਖਰੀ ਰਾਜ ਜਿਸ ਦੇ ਅੰਦਰ ਫਰਾਂਸ ਤੋਂ ਲੈ ਕੇ ਉਹਨਾਂ ਦੇ ਮਹਾਨ ਜਰਨੈਲ ਸੀ। ਔਰ ਇਹੋ ਜਿਹੇ ਜਰਨੈਲ ਸੀ ਜਦੋਂ ਉਹਨਾਂ ਨੇ ਉਹਨਾਂ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਪ੍ਰਤੀ ਦੇਖੀ ਤੇ ਉਹਨਾਂ ਮਹਾਨ ਜਰਨੈਲਾਂ ਨੇ ਵੀ ਸਿੱਖੀ ਨੂੰ ਅਡਾਪਟ ਕੀਤਾ। ਇੱਕ ਐਸੀ ਭਾਵਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਆਪਣੇ ਰਾਜ ਦੇ ਦੌਰਾਨ ਰੱਖੀ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਇਸ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹੁਣ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਉਸ ਹਸਪੀਟਲ ਦੀਆਂ ਜਿਸ ਦਾ ਟੀਚਾ ਮਿਥਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 60 ਦਿਨਾਂ ਦਾ। ਜੀ ਹਾਂ, 60 ਦਿਨਾਂ ਦੇ ਵਿੱਚ ਇਹ ਹਸਪੀਟਲ ਤਿਆਰ ਹੋਵੇਗਾ ਤੇ 125 ਬੈੱਡ ਦਾ ਇਹ ਹਸਪੀਟਲ ਹੋਵੇਗਾ, ਜਿਸ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋਰਾਂ ਸ਼ੋਰਾਂ ਦੇ ਨਾਲ ਕੰਮ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਉਸ ਹਸਪੀਟਲ ਦੀਆਂ ਜਿੱਥੇ ਬੈੱਡ ਲੱਗ ਚੁੱਕੇ ਨੇ, ਅੱਧੇ ਤੋਂ ਜ਼ਿਆਦਾ ਹਸਪੀਟਲ ਬਣ ਕੇ ਤਿਆਰ ਹੋ ਚੁੱਕਿਆ ਹੈ। ਆਕਸੀਜਨ ਪਲਾਂਟ ਜਿਹੜੇ ਨੇ ਉਹ ਇੱਥੇ ਲਗਾ ਦਿੱਤੇ ਗਏ ਨੇ। ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇੱਥੇ ਜਾਇਜ਼ਾ ਲੈ ਰਹੇ ਨੇ ਇਸ ਹਸਪੀਟਲ ਦਾ, ਕਿਉਂਕਿ ਟੀਚਾ ਮਿਥਿਆ ਗਿਆ 60 ਦਿਨਾਂ ਦਾ। 60 ਦਿਨਾਂ ਦੇ ਵਿੱਚ ਇਹ 125 ਬੈੱਡ ਦਾ ਹਸਪੀਟਲ ਤਿਆਰ ਕਰਕੇ ਸੰਗਤ ਨੂੰ ਸੌਂਪਣਾ ਹੈ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।